ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਲੰਬੇ ਸਮੇਂ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦੇ ਲਈ ਵੱਡੀ ਖੁਸ਼ੀ ਦੀ ਖਬਰ ਆਈ ਹੈ। ਕੀ ਉਹ ਖੁਸ਼ੀ ਦੀ ਖਬਰ ਹੈ, ਉਸ ਤੇ ਗੱਲਬਾਤ ਕਰਾਂਗੇ ਕਿ ਕਿਹੜੀ ਉਹ ਖੁਸ਼ੀ ਹੈ ਜਿਹਦੇ ਕਰਕੇ ਨਵਜੋਤ ਕੌਰ ਸਿੱਧੂ ਵੀ ਉਹਨਾਂ ਨੂੰ ਵਧਾਈ ਦੇ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਤੇ ਮਾਣ ਮਹਿਸੂਸ ਜਿਹੜਾ ਉਹ ਕਰ ਰਹੇ ਨੇ। ਕੀ ਕੁਝ ਕਹਿੰਦੇ ਨੇ ਬੀਬੀ ਨਵਜੋਤ ਕੌਰ ਸਿੱਧੂ ਤੇ ਆਖਰ ਖੁਸ਼ੀ ਜਿਹੜੀ ਕਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਦੀ, ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਬੇਅਦਬੀਆਂ ਦੇ ਉੱਪਰ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ। ਕੀ ਕਹਿੰਦੇ ਨੇ ਭਗਵੰਤ ਮਾਨ, ਕਿਹਦੀਆਂ ਮੁਸੀਬਤਾਂ ਵਧਾਈਆਂ ਨੇ, ਤੇ ਨਾਲ ਹੀ ਨਾਲ ਦੱਸਾਂਗੇ ਕਿ ਅੱਜ ਕੈਬਨਿਟ ਦੀ ਮੀਟਿੰਗ ਹੁਣ ਜਾਰੀ ਹੈ। ਕੈਬਨਿਟ ਦੇ ਵਿਸਤਾਰ ਤੋਂ ਬਾਅਦ ਪਹਿਲੀ ਜਿਹੜੀ ਹੈ ਉਹ ਮੀਟਿੰਗ ਹੈ ਔਰ ਡੀਜੀਪੀ ਦੀ ਬਦਲੀ ਤੋਂ ਬਾਅਦ ਕੁਝ ਵੱਡੀਆਂ ਹੋਰ ਬਦਲੀਆਂ ਜਿਹੜੀਆਂ ਕੀਤੀਆਂ ਗਈਆਂ ਨੇ। ਕਿਹਦੀ ਬਦਲੀ, ਸਭ ਤੋਂ ਵੱਡੀ ਜਿਹੜੀ ਬਦਲੀ ਡੀਜੀਪੀ ਤੋਂ ਬਾਅਦ ਜੇ ਮੈਂ ਕਹਾਂ ਜਾਂ ਡੀਜੀਪੀ ਦੇ ਬਰਾਬਰ ਦੀ ਸਭ ਤੋਂ ਵੱਡੀ ਬਦਲੀ ਜਿਹੜੀ ਹੈ ਉਹ ਕੀਤੀ ਹੈ। ਕੌਣ ਆਇਆ, ਕੀ ਕੁਝ ਗੱਲਬਾਤ ਹੈ, ਤੇ ਉਧਰ ਪੰਜਾਬ ਸਰਕਾਰ ਨੂੰ ਇੱਕ ਝਟਕਾ ਵੀ ਲੱਗਿਆ। ਕੀ ਉਹ ਝਟਕਾ ਹੈ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਕੁੰਵਰ ਵਿਜੇ ਪ੍ਰਤਾਪ ਵਾਲੀ ਖਬਰ ਤੋਂ ਕਰਦੇ ਹਾਂ। ਹਾਲਾਂਕਿ ਝਟਕਾ ਤਾਂ ਹਾਈ ਕੋਰਟ ਦੇ ਵੱਲੋਂ ਦਿੱਤਾ ਗਿਆ ਉਮਰਾ ਨੰਗਲ ਅਤੇ ਸੈਣੀ ਨੂੰ, ਪਰ ਖੁਸ਼ੀ ਦੀ ਖਬਰ ਜਿਹੜੀ ਬਣਦੀ ਹੈ ਕੁੰਵਰ ਵਿਜੇ ਪ੍ਰਤਾਪ ਦੇ ਲਈ, ਲੰਬੇ ਸਮੇਂ ਤੋਂ ਹਤਾਸ਼ ਬੈਠੇ ਹੋਏ ਸੀ। ਮੇਰੇ ਖਿਆਲ 'ਚ ਪਿਛਲੇ 1.5 ਸਾਲ ਤੋਂ ਹਤਾਸ਼ ਜਿਹੜਾ ਉਹ ਬੈਠੇ ਹੋਏ ਸੀਗੇ, ਪਰ ਹੁਣ ਉਹਨਾਂ ਦੇ ਲਈ ਇੱਕ ਚੰਗੀ ਖਬਰ ਹੈ ਜਿਹਦੇ ਕਰਕੇ ਨਵਜੋਤ ਕੌਰ ਸਿੱਧੂ ਵੀ ਵਧਾਈ ਤੇ ਮਾਣ ਮਹਿਸੂਸ ਕਰ ਰਹੇ ਨੇ। ਕੀ ਖਬਰ ਹੈ, ਕੀ ਕੁਝ ਗੱਲਬਾਤ ਹੈ, ਇਹ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਈਏ। ਸੁਖਵਿੰਦਰ ਜੀ, ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ ਕਿ ਬੀਤੇ 1.5 ਸਾਲ ਤੋਂ ਕੁੰਵਰ ਵਿਜੇ ਪ੍ਰਤਾਪ ਇੱਕ ਨਿਰਾਸ਼ਾ ਦੇ ਆਲਮ ਦੇ ਵਿੱਚ ਘਰ ਬੈਠੇ ਸੀ। ਖਾਸ ਤੌਰ ਤੇ ਉਦੋਂ ਜਦੋਂ ਉਹਨਾਂ ਵੱਲੋਂ 7 ਅਪ੍ਰੈਲ 2021 ਨੂੰ ਜਿਹੜੀ ਰਿਪੋਰਟ ਪੇਸ਼ ਕੀਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ, ਜਦੋਂ ਉਹ ਰਿਪੋਰਟ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਨਿਰਾਸ਼ਾ ਦੇ ਆਲਮ ਦੇ ਵਿੱਚ ਆਣ ਕੇ ਆਪਣੀ ਨੌਕਰੀ ਤੋਂ ਰਿਜ਼ਾਈਨ ਵੀ ਦਿੰਦੇ ਆ, ਪਰ ਦੂਜੇ ਪਾਸੇ ਇਸ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਚਲੀ ਜਾਂਦੀ ਆ, ਕਾਂਗਰਸ ਵੀ ਬੈਕਫੁੱਟ ਤੇ ਚਲੀ ਜਾਂਦੀ ਹੈ ਤੇ ਚਰਨਜੀਤ ਸਿੰਘ ਚੰਨੀ ਹੋਣੀ ਵੀ ਇਲੈਕਸ਼ਨ ਜਿਹੜੀ ਉਹ ਹਾਰ ਜਾਂਦੇ ਆ। ਇਹ ਅਗਰ ਵੇਖਿਆ ਜਾਵੇ ਤਾਂ 7 ਅਪ੍ਰੈਲ 2021 ਨੂੰ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਹੁੰਦੀ ਹੈ, ਸਮਝ ਲਓ ਉਦੋਂ ਹੀ ਕਾਂਗਰਸ ਸਰਕਾਰ ਦਾ ਜਿਹੜਾ ਪਤਨ ਆ ਉਹ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਆ ਤੇ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਗੱਲ ਹਮੇਸ਼ਾ ਕਰਦੇ ਰਹੇ ਕਿ ਮੇਰੀ ਉਹ ਰਿਪੋਰਟ ਨੂੰ ਵੇਖਿਆ ਜਾਵੇ ਜਿਹੜੀ ਰਿਪੋਰਟ ਉਹਨਾਂ ਨੇ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤੀ ਸੀ। ਹੁਣ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ, ਉਹ ਸਵਾਲ ਇਹ ਹੈ ਕਿ ਇਹ ਰਿਪੋਰਟ ਹੈ ਕੀ ਸੀ। ਜਦੋਂ ਚਲਾਨ ਪੇਸ਼ ਕੀਤਾ ਗਿਆ ਤਾਂ ਉਸ ਦੇ ਵਿੱਚ ਪਰਮਰਾਜ ਸਿੰਘ, ਉਮਰਾ ਨੰਗਲ, ਸੁਮੇਰ ਸਿੰਘ ਸੈਣੀ, ਇੱਕ SHO ਗੁਰਮੇਲ ਸਿੰਘ ਸੀ, ਜਦ ਤੱਕ ਮੈਨੂੰ ਨਾਮ ਯਾਦ ਆ। ਉਹਨਾਂ ਨੂੰ ਦੋਸ਼ੀ ਕਿਸੇ ਤਰੀਕੇ ਨਾਲ ਠਹਿਰਾਇਆ ਗਿਆ। ਉਸ ਰਿਪੋਰਟ ਦੇ ਵਿੱਚ ਜਵਾਬਦੇਹੀ, ਦੋਸ਼ੀ ਨਹੀਂ ਕਹਿ ਸਕਦੇ, ਜਵਾਬਦੇਹੀ ਉਹਨਾਂ ਦੀ ਨਿਰਧਾਰਤ ਕੀਤੀ ਗਈ। ਗੁਰਮੇਲ ਸਿੰਘ ਹੋਣਾ ਨੇ ਉਸ ਚਲਾਨ ਦੇ ਆਧਾਰ ਤੇ, ਤੁਸੀਂ ਨਾਂ ਸ਼ਾਇਦ ਗਲਤ ਨਾ ਲੈਂਦੇ ਹੋ, ਮੈਨੂੰ ਕਨਫਰਮ ਨਹੀਂ ਹੈ। ਮੈਂ ਸੋਚਦਾ ਕਿ ਆਪਾਂ SHO ਦੀ ਕਹਿ ਕੇ ਗੱਲ ਕਰ ਲਈਏ। ਜੀ, SHO ਦੇ ਆਧਾਰ ਤੇ ਚਰਨਜੀਤ ਸਿੰਘ ਸ਼ਰਮਾ ਜਿਹੜੇ ਸੀ, ਉਹਨਾਂ ਨੇ ਕਹਿਣ ਤੇ ਉੱਤੇ SHO ਜਿਹੜੇ ਉਸ ਸਮੇਂ ਦੇ ਸਨ, ਉਹਨਾਂ ਨੇ ਮਾਨਯੋਗ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਕਿ ਸਾਡੀ ਸੁਣਵਾਈ ਜਿਹੜੀ ਉੱਥੇ ਕੀਤੀ ਜਾਵੇ ਸਾਰਿਆਂ ਦੀ। ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਜਿਹੜੇ ਅਤੁਲ ਨੰਦਾ ਐਡਵੋਕੇਟ ਜਨਰਲ ਸਨ ਜਾਂ ਹੋਰ ਬੰਦੇ, ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਉਹ ਕੇਸ ਦੀ ਪੈਰਵੀ ਨਹੀਂ ਕੀਤੀ, ਜਿਸ ਕਰਕੇ ਉਹ ਸਾਰਾ ਮਸਲਾ ਜਿਹੜਾ ਸੀ ਭੰਬਲ ਭੂਸੇ 'ਚ ਪੈ ਗਿਆ, ਰੱਦ ਹੋ ਗਿਆ। ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਆਪਾਂ ਜਦੋਂ ਵੀ ਮਿਲਦੇ ਰਹੇ, ਜਦੋਂ ਵੀ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਹਮੇਸ਼ਾ ਇਸ ਗੱਲ ਤੇ ਹੈਰਾਨਗੀ ਪ੍ਰਗਟ ਕੀਤੀ ਕਿ ਪਤਾ ਨਹੀਂ ਨਿਆਂਪਾਲਿਕਾ ਦੇ ਵਿੱਚ ਕਿਸ ਤਰੀਕੇ ਨਾਲ ਹੋ ਰਿਹਾ ਕਿ ਇਹ ਜਿਹੜਾ ਮਾਨਯੋਗ ਜ਼ਿਲ੍ਹਾ ਸੈਸ਼ਨ ਕੋਰਟ ਜਿਹੜੀ ਫਰੀਦਕੋਟ ਦੇ ਵਿੱਚ ਚੱਲਦਾ ਪਿਆ, ਔਰ ਦੂਜੇ ਪਾਸੇ ਜਿਹੜੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਆ ਉਹ ਬਿਨਾਂ ਗੱਲ ਤੋਂ ਇਹਦੇ ਸੰਬੰਧੀ ਨੋਟਿਸ ਲਈ ਜਾ ਰਹੀ ਆ। ਇਹ ਬੜਾ ਕੁਝ ਉਦੋਂ ਪੇਸ਼ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਪੈਦਾ ਹੋਈਆਂ। ਤਾਂ ਇੱਕ ਉਹ ਨਿਰਾਸ਼ਤਾ ਦਾ ਆਲਮ ਸੀ ਜਦੋਂ ਇਸ ਤਰ੍ਹਾਂ ਲੱਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿ ਮੇਰੀ ਕੀਤੀ ਮਿਹਨਤ ਜਿਹੜੀ ਆ ਬੇਕਾਰ ਚਲੀ ਗਈ ਆ। 2-3 ਵਾਰੀ ਨਿੱਜੀ ਆਧਾਰ ਤੇ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਕੇਸ ਜਿਹੜੀ ਰਿਪੋਰਟ ਜਿਹੜੀ ਸੌਂਪੀ ਸੀ ਉਹਨਾਂ ਨੇ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਦਿੱਤੀ ਸੀ, ਉੱਥੇ ਹੀ ਇਹਦੀ ਸੁਣਵਾਈ ਹੋਣੀ ਚਾਹੀਦੀ। ਜਿਹੜਾ ਚਲਾਨ ਉਹਨਾਂ ਨੇ ਉੱਥੇ ਪੇਸ਼ ਜਿਹੜਾ ਕੀਤਾ ਜਿਹੜਾ ਸੀ, ਪਰ ਉਸ ਸਮੇਂ ਦੀ ਸਰਕਾਰ ਜਿਸ ਤਰੀਕੇ ਨਾਲ ਉਹਨਾਂ ਨੂੰ ਬਚਾਉਣ ਵਾਸਤੇ ਲੱਗੀ ਸੀ ਉਹ ਸਾਰਿਆਂ ਨੂੰ ਜੱਗ ਜ਼ਾਹਰ ਆ
ਤੇ ਇਸੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਚਲੀ ਗਈ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਬਾਰ-ਬਾਰ ਇਸ ਮੁੱਦੇ ਤੇ ਘੇਰਿਆ। ਉਹ 13 ਨੁਕਾਤੀ ਪ੍ਰੋਗਰਾਮ ਜਿਹੜਾ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਤਾ ਸੀ, ਉਹਦੇ ਵਿੱਚ ਵੀ ਇਹ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਬੜੇ ਉਭਾਰੇ, ਪਰ ਖੈਰ ਉਹ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ। ਹੁਣ ਕੱਲ ਮਾਫ ਕਰਨਾ ਪਰਸੋਂ ਦੀ ਗੱਲ ਆ ਕਿ ਪਰਸੋਂ ਜਾਂ ਕੱਲ ਦੀ ਗੱਲ ਕਿ ਜਦੋਂ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਇਹ ਦੁਬਾਰਾ ਜਿਹੜੀ ਕੇਸ ਦੀ ਸੁਣਵਾਈ ਹੋਈ ਤਾਂ ਉਸ ਵੇਲੇ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਨਮੋਲ ਰਤਨ ਸਿੰਘ ਸਿੱਧੂ, ਉਹਨਾਂ ਨੇ ਇਸ ਕੇਸ ਦੀ ਪੈਰਵੀ ਕੀਤੀ। ਉਸ ਆਧਾਰ ਤੇ ਹਾਈ ਕੋਰਟ ਨੇ ਇੱਕ ਤਗੜਾ ਫੈਸਲਾ ਕਰਦੇ ਹੋਇਆ ਸਾਰੇ ਜਿਹੜੇ ਉਹ ਕਥਿਤ ਦੋਸ਼ੀ ਹਨ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਸ਼ਰਨ ਲਈ ਸੀ, ਉਹਨਾਂ ਨੂੰ ਸਾਫ਼ ਨਿਰਦੇਸ਼ ਦਿੱਤੇ ਨੇ ਕਿ ਇਹਦੇ ਸੰਬੰਧੀ ਜਿਹੜੀ ਵੀ ਕੋਈ ਤੁਸੀਂ ਗੱਲਬਾਤ ਕਰਦੇ, ਜਿਹੜਾ ਵੀ ਪੱਖ ਪੇਸ਼ ਰੱਖਣਾ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਰੱਖਣਾ ਹੈ, ਜਿੱਥੇ ਤੁਹਾਡਾ ਚਲਾਨ ਜਿਹੜਾ ਪੇਸ਼ ਹੋਇਆ ਕੀਤਾ ਜਾ ਚੁੱਕਾ ਆ, ਉੱਥੇ ਤੁਸੀਂ ਇਸ ਕੇਸ ਦੀਆਂ ਜਿਹੜੀਆਂ ਸਮੁੱਚੀਆਂ ਸੁਣਵਾਈ ਆ ਸਾਰਾ ਕੁਝ ਉੱਥੇ ਹੋਵੇਗਾ। ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਹਾਈ ਕੋਰਟ ਨੇ ਅਜੇ ਤੱਕ ਉਹ ਚਲਾਨ ਦੀ ਕਾਪੀ ਨਹੀਂ ਵੇਖੀ, ਕਿਉਂਕਿ ਉਹ ਚਲਾਨ ਦੀ ਕਾਪੀ ਜਿਹੜੀ ਆ ਉਹ ਫਰੀਦਕੋਟ ਅਦਾਲਤ ਸੈਸ਼ਨ ਕੋਰਟ 'ਚ ਪਈ ਹੈ, ਜਿਹੜੀ ਕਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਤਿਆਰ ਕੀਤੀ ਸੀ ਉਹ। ਸੋ ਹੁਣ ਉਸ ਆਧਾਰ ਤੇ ਉੱਤੇ ਦੁਬਾਰਾ ਜਿਹੜੀ ਆ ਸੁਣਵਾਈ ਜਿਹੜੀ ਉਹ ਸ਼ੁਰੂ ਹੋਏਗੀ, ਜਿਹਦੇ ਉੱਤੇ ਕੱਲ ਕਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇੱਕ ਟਵੀਟ ਕੀਤਾ ਔਰ ਇਹ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਜਿਹੜੀ ਹੁੰਦੀ ਆ। ਟਵੀਟ ਦੇ ਰਾਹੀਂ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁਣ ਬੇਅਦਬੀ ਦੇ ਦੋਸ਼ੀ ਤੇ ਗੋਲੀकांड ਦੇ ਅਸਲ ਦੋਸ਼ੀ ਜਿਹੜੇ ਨੇ ਉਹ ਕਿਸੇ ਵੀ ਸੂਰਤ ਵਿੱਚ ਬਖਸ਼ੇ ਨਹੀਂ ਜਾਣਗੇ, ਹੁਣ ਸਥਿਤੀਆਂ ਉਸ ਤੋਂ ਬਾਅਦ ਜਾਣਗੀਆਂ। ਸੋ ਇੱਕ ਉਹਨਾਂ ਨੇ ਅਹਿਮ ਪ੍ਰਾਪਤੀ, ਕਿਉਂਕਿ ਅਜੇ ਤੱਕ ਇਸ ਕੇਸ ਦੀ ਠੀਕ ਪ੍ਰੋਪਰ ਤਰੀਕੇ ਨਾਲ ਸੁਣਵਾਈ ਸ਼ੁਰੂ ਨਹੀਂ ਸੀ ਹੋਈ, ਕਿਉਂਕਿ ਦੋਸ਼ੀ ਹਾਈ ਕੋਰਟ ਭੱਜ ਗਏ। ਹਾਈ ਕੋਰਟ ਨੇ ਸੈਸ਼ਨ ਕੋਰਟ ਨੂੰ ਬਾਈਪਾਸ ਕਰਕੇ ਉਹਦੇ ਉੱਤੇ ਕੋਈ ਨਿਰਦੇਸ਼ ਨਹੀਂ ਜਾਰੀ ਕੀਤੇ, ਜਿਸ ਤਰ੍ਹਾਂ ਸੁਪਰੀਮ ਕੋਰਟ ਕਹਿ ਦਿੰਦੀ ਹੈ ਕਿ ਤੁਸੀਂ ਜਾ ਕੇ ਹਾਈ ਕੋਰਟ ਸੁਣਵਾਈ ਕਰੋ। ਉਦੋਂ ਇਸ ਫੈਸਲੇ ਤੋਂ ਬਾਅਦ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਜਿਹੜਾ ਸਵਾਗਤ ਕੀਤਾ ਗਿਆ ਔਰ ਉਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਦੋਸ਼ੀ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ। ਔਰ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਹੋਰਾਂ ਦੇ ਵੱਲੋਂ ਵੀ ਜਿਹੜੀ ਵਧਾਈ ਦਿੱਤੀ ਗਈ ਹੈ ਕਮਲ ਵਿਜੇ ਪ੍ਰਤਾਪ ਨੂੰ ਔਰ ਕਿਹਾ ਕਿ ਪ੍ਰਾਊਡ ਆਫ ਯੂ ਬ੍ਰਦਰ। ਹੋਰ ਵੀ ਜਿਹੜਾ ਕੁਝ ਲਿਖਦੇ ਰਹੇ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਜਿਹੜਾ ਨਵਜੋਤ ਕੌਰ ਸਿੱਧੂ ਦੀ ਉਹ ਪੋਸਟ ਦਾ ਜਿਹੜਾ ਸਕਰੀਨਸ਼ਾਟ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਜਿਹੜਾ ਉਹ ਦਿਖਾ ਦੇਣ, ਕੀ ਕੁਝ ਕਹਿੰਦੇ ਸੀ ਨਵਜੋਤ ਕੌਰ ਸਿੱਧੂ। ਅੱਛਾ, ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰੀਕੇ ਨਾਲ ਨਵਜੋਤ ਕੌਰ ਸਿੱਧੂ ਵੀ ਉਹਨਾਂ ਦੀ ਸਪੋਰਟ 'ਚ ਆਏ ਤਾਂ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਸਿੱਧੇ ਤੌਰ ਤੇ ਦੋਸ਼ੀਆਂ ਨੂੰ ਚੇਤਾਵਨੀ ਦਿੱਤੀ ਹੈ। ਲੱਗਦਾ ਕਿ ਇਨਸਾਫ ਹੁਣ ਨੇੜੇ ਹੈ, ਕਿਉਂਕਿ 24 ਘੰਟਿਆਂ ਦੀਆਂ ਗੱਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਆ ਕਰਦੇ ਸੀ, ਅਰਵਿੰਦ ਕੇਜਰੀਵਾਲ ਉਹਨਾਂ ਦੇ ਕਨਵੀਨਰ, ਕੌਮੀ ਕਨਵੀਨਰ, ਉਹ ਗੱਲਾਂ ਕਰਦੇ ਸੀ, ਤਾਂ ਪਰ ਹੁਣ ਟਾਈਮ ਬਹੁਤ ਲੰਘ ਚੁੱਕਿਆ। ਤਾਂ ਮੈਨੂੰ ਲੱਗਦਾ ਹੈ ਕਿ ਹੁਣ ਸਰਕਾਰ ਤੇ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਹੈਗਾ ਤੇ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੁਣ ਹੋਣ ਲੱਗਦੀਆਂ, ਲੱਗਦਾ ਹੈ ਕਿ ਇਨਸਾਫ ਨੇੜੇ ਹੈ, ਉਮੀਦ ਕੀਤੀ ਜਾ ਸਕਦੀ ਹੈ। ਸੁਖਵਿੰਦਰ ਜੀ ਵੇਖੋ, ਇਨਸਾਫ ਲੈਣਾ ਦੇਣਾ ਇੱਕ ਅਲੱਗ ਜਿਹੜੀ ਪ੍ਰਤੀਕਿਰਿਆ ਆ। ਇਨਸਾਫ ਗੁਰੂ ਮਹਾਰਾਜ ਆਪ ਸਮਰੱਥ ਨੇ ਇਨਸਾਫ ਲੈਣ ਦੇ ਜਾਂ ਦੇਣ ਦੇ, ਉਹ ਕਰ ਸਕਦੇ ਆ। ਨਵਜੋਤ ਕੌਰ ਸਿੱਧੂ ਦਾ ਜਿਹੜਾ ਇਹ ਟਵੀਟ ਆ, ਇਹ ਉਸ ਟਵੀਟ ਨੂੰ ਮੈਂ ਵੇਖ ਸਕਦਾ ਉਸ ਸੰਬੰਧ ਵਿੱਚ ਕਿ ਜਦੋਂ SIT ਕਮੈਂਟ ਕੀਤਾ ਨਵਜੋਤ ਕੌਰ ਸਿੱਧੂ ਨੇ ਉਹਨਾਂ ਦੀ ਫੇਸਬੁੱਕ ਪੋਸਟ ਦੇ ਥੱਲੇ ਕਮੈਂਟ ਕੀਤਾ, ਪ੍ਰਾਊਡ ਆਫ ਯੂ ਬ੍ਰਦਰ, ਆਲਵੇਜ਼ ਬੀ ਯੂਅਰ ਸਾਈਡ, ਬੈਸਟ ਆਲਵੇਜ਼। ਜੀ 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 ਬਿਲਕੁਲ। ਤਾਂ ਇਹ ਜਿਹੜਾ ਪੋਸਟ ਉੱਤੇ ਉਹਨਾਂ ਦਾ ਕਮੈਂਟ ਹੈਗਾ, ਮੈਂ ਇਹਨੂੰ ਉਸੇ ਪ੍ਰਸੰਗ ਦੇ ਵਿੱਚ ਦੇਖਦਾ। ਸੁਖਵਿੰਦਰ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਹੋਈ ਸੀ 7 ਅਪ੍ਰੈਲ 2021 ਨੂੰ, ਤੇ 22 ਜਾਂ 23 ਅਪ੍ਰੈਲ ਨੂੰ ਜਦੋਂ ਇਹ ਰਿਪੋਰਟ ਸਾਹਮਣੇ ਆਈ ਤਾਂ ਸਭ ਤੋਂ ਪਹਿਲਾਂ ਜਿਹੜਾ ਤਿੱਖਾ ਪ੍ਰਤੀਕਰਮ ਸੀ ਉਹ ਨਵਜੋਤ ਸਿੰਘ ਸਿੱਧੂ ਦਾ ਸੀ। ਉਹਨਾਂ ਨੇ ਕੈਪਟਨ ਦੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਸੀ ਤੇ ਹਮੇਸ਼ਾ ਹੀ ਉਹ 13 ਨੂੰ ਜਦੋਂ ਰਿਪੋਰਟ ਰੱਦ ਹੋਈ ਉਸ ਤੋਂ ਪਹਿਲਾਂ ਆਪਣੇ ਚੈਨਲ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਸਵਾਲ ਚੁੱਕੇ ਸੀ ਕਿ ਨਵਜੋਤ ਸਿੰਘ ਸਿੱਧੂ ਹੁਣ ਕੀ ਕਰ ਰਹੇ ਆ। ਉਦੋਂ ਝੋਲੀਆਂ ਅੱਡ ਰਹੇ ਸੀਗੇ ਤੇ ਅੱਜ ਬੋਲ ਕਿਉਂ ਨਹੀਂ ਰਹੇ, ਤਾਂ ਨਵਜੋਤ ਸਿੰਘ ਸਿੱਧੂ ਵੀ ਆਪਣੇ ਉਸ ਪ੍ਰੋਗਰਾਮ ਤੋਂ ਬਾਅਦ ਜਿਹੜੇ ਉਹ ਬੋਲੇ ਸੀਗੇ। ਜੀ ਜੀ ਬਿਲਕੁਲ, 22 ਤੇ 23 ਅਪ੍ਰੈਲ ਦੀ ਮੈਨੂੰ ਯਾਦ ਆ ਕਿ ਉਦੋਂ ਇਹਨਾਂ ਨੇ ਬੋਲਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਤਾਂ ਫਿਰ ਅਖੀਰ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਛੱਡਿਆ ਨਹੀਂ। ਇਲੈਕਸ਼ਨ ਤੱਕ ਜਦੋਂ DGP ਦੀ ਨਿਯੁਕਤੀ ਹੁੰਦੀ ਆ, ਉਦੋਂ ਵੀ ਉਹਨਾਂ ਨੇ ਇਸ ਮੁੱਦੇ ਤੇ ਆਪਣੀ ਸਰਕਾਰ ਨੂੰ ਘੇਰਿਆ। ਭਾਵ ਇਸ ਮੁੱਦੇ ਨਾਲ ਜਿੱਥੇ ਕਵਰ ਵਿਜੇ ਪ੍ਰਤਾਪ ਸਿੰਘ ਮਾਨਸਿਕ ਪੱਧਰ ਦੇ ਇਸ ਮੁੱਦੇ ਨਾਲ ਜੁੜੇ ਹੋਏ ਹਨ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਇਸ ਮੁੱਦੇ ਨਾਲ ਅੰਦਰੋਂ ਧੁਰ ਤੱਕ ਬੰਦਾ ਚਿੱਤਰ ਜੁੜਿਆ ਮਹਿਸੂਸ ਹੁੰਦਾ। ਤੇ ਹੁਣ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਆ ਤੇ ਸ਼ਾਇਦ ਉਸਦੀ ਉਹ ਜਿਹੜੀ ਕਮੀ ਆ, ਨਵਜੋਤ ਕੌਰ ਸਿੱਧੂ ਦਾ ਇਹ ਕਮੈਂਟ ਜਿਹੜਾ ਕਵਰ ਵਿਜੇ ਪ੍ਰਤਾਪ ਦੇ ਹੱਕ ਵਿੱਚ ਆਉਂਦਾ, ਸ਼ਾਇਦ ਇਹ ਉਸੇ ਹੱਕ ਵਿੱਚ ਆਇਆ ਕਿ ਤੇਰੇ ਉਸ ਕੀਤੇ ਕੰਮ ਦੀ ਅਸੀਂ ਸ਼ਲਾਘਾ ਕਰਦੇ ਹਾਂ। ਪਹਿਲਾਂ ਵੀ ਨਵਜੋਤ ਕੌਰ ਸਿੱਧੂ ਦਾ ਜਿਹੜਾ ਇਸ ਤੋਂ ਪਹਿਲਾਂ ਵੀ ਅਣਖੀ ਸਾਹਿਬ ਇੱਕ
ਜਿਹੜਾ ਪੋਸਟ ਪਾਈ ਸੀ ਨਵਜੋਤ ਕੌਰ ਸਿੱਧੂ ਨੇ ਕਿ ਗ੍ਰਹਿ ਵਿਭਾਗ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪ ਦੇਣਾ ਚਾਹੀਦਾ ਹੈ। ਤੁਹਾਨੂੰ ਉਹ ਕਹਿੰਦੇ ਕਿ ਯਾਦ ਹੋਊਗਾ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਦੇ ਜਿਹੜੇ ਸੀਪੀ ਸੀਗੇ ਤਾਂ ਉਦੋਂ ਉਹਨਾਂ ਨੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਦਵੱਲੀ ਰੱਖਿਆ ਸੀਗਾ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕ੍ਰਾਈਮ ਕਰਨ ਦੀ। ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਜਿਹੋ ਜਿਹੀ ਸਿਚੁਏਸ਼ਨ ਆ, ਖਾਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੋ ਜਿਹੀ ਸਿਚੁਏਸ਼ਨ ਹੈ, ਉਹ ਜਿਹੀ ਸਿਚੁਏਸ਼ਨ ਨੂੰ ਦੇਖਦਿਆਂ ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਵਿਭਾਗ ਜਿਹੜਾ ਉਹ ਸੌਂਪ ਦੇਣਾ ਚਾਹੀਦਾ। ਪਹਿਲਾਂ ਵੀ ਇਹ ਗੱਲ ਸੁਖਵਿੰਦਰ ਜੀ ਵਿਅਕਤੀਤਵ ਦੇ ਗੁਣ ਇਹੋ ਹੀ ਚੰਗੇ ਹੁੰਦੇ ਨੇ, ਜਾਂ ਬੰਦੇ ਦਾ ਵਿਅਕਤੀਤਵ ਇਹੋ ਜਿਹਾ ਹੋਣਾ ਚਾਹੀਦਾ ਕਿ ਜਦੋਂ ਤੁਹਾਡੇ ਵਿਰੋਧੀ ਵੀ ਤੁਹਾਡੀ ਪ੍ਰਸ਼ੰਸਾ ਕਰਦੇ ਹੋਣ। ਚਲੋ ਨਵਜੋਤ ਕੌਰ ਸਿੱਧੂ ਹੋਣਾ ਨਾਲ ਜਾਂ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਨਾਲ ਕੰਵਰ ਵਿਜੇ ਪ੍ਰਤਾਪ ਦੇ ਪਰਿਵਾਰਕ ਸੰਬੰਧ ਬੀਤੇ ਦੌਰ ਤੇ ਹੋ ਸਕਦੇ ਆ, ਉਸ ਆਧਾਰ ਤੇ ਟਿੱਪਣੀ ਹੋਵੇ। ਪਰ ਸ਼ਾਇਦ ਇਸੇ ਕਾਬਲੀਅਤ ਦੇ ਉੱਤੇ ਵਿਰੋਧੀ ਪਾਰਟੀ ਦੇ ਜਿਹੜੇ LOP ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਹ ਵੀ ਵਿਧਾਨ ਸਭਾ ਦੇ ਵਿੱਚ ਜੇਕਰ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਖਸੀਅਤ ਦੀ ਕੋਈ ਬੰਦਾ ਪ੍ਰਸ਼ੰਸਾ ਕਰਦਾ ਤਾਂ ਫਿਰ ਵਾਕਈ ਉਹ ਬੰਦਾ ਇਸ ਪ੍ਰਸ਼ੰਸਾ ਦੇ ਯੋਗ ਆ, ਚਾਹੇ ਫਿਰ ਸ਼ਾਇਦ ਉਹਦੇ ਉੱਤੇ ਰੱਬੀ ਮਿਹਰ ਆ ਜਿਹਦੇ ਕਰਕੇ ਉਸਦੇ ਵਿਰੋਧੀ ਵੀ ਉਹਦੇ ਹੱਕ 'ਚ ਬੋਲਦੇ ਆ। ਤਾਂ ਦੂਜਾ ਪ੍ਰਸ਼ਨ ਜਿਹੜਾ ਸੁਖਵਿੰਦਰ ਜੀ ਤੁਸੀਂ ਮੈਨੂੰ ਇਹ ਕੀਤਾ ਸੀ ਕਿ ਹੁਣ ਭਗਵੰਤ ਮਾਨ ਇਹਦੇ ਸੰਬੰਧੀ ਉਹਨਾਂ ਨੇ ਸ਼ਲਾਘਾ ਕੀਤੀ ਆ, ਔਰ ਦੂਜੇ ਪਾਸੇ ਜਿਹੜਾ 24 ਘੰਟਿਆਂ ਦੀ ਗੱਲ ਕਰਦੇ ਸੀ, ਸ਼ਾਇਦ ਇਹਦੇ ਵਿੱਚ ਤੇਜ਼ੀ ਆਵੇ, ਇਨਸਾਫ ਆਵੇ। ਮੈਨੂੰ ਹੁਣ ਤੱਕ ਦੀ ਜੋ ਮਾਫ ਕਰਨਾ ਭਗਵੰਤ ਮਾਨ ਦੀ ਸਰਕਾਰ ਦੀ ਜੋ ਮੋਡਸ ਓਪੈਂਡੀ ਲੱਗਦੀ ਆ, ਮੋਡਸ ਓਪੈਂਡੀ ਇਹ ਸੀ ਕਿ ਉਹ ਜਾਣ ਬੁੱਝ ਕੇ ਸ਼ਾਇਦ ਇਸ ਮਸਲੇ ਨੂੰ ਹੱਥ ਨਹੀਂ ਸਨ ਪਾ ਰਹੇ, ਕਿਉਂਕਿ ਜੇਕਰ ਇਸ ਮਸਲੇ ਨੂੰ ਹੱਥ ਪਾਉਂਦੇ ਜਿਸ ਤਰੀਕੇ ਨਾਲ ਅਸੀਂ ਕਹਿੰਦੇ ਕਿ 24 ਘੰਟਿਆਂ ਦਾ ਇਨਸਾਫ ਇਹਨਾਂ ਨੇ ਗੱਲ ਕੀਤੀ ਸੀ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਨੇ ਝੱਟ ਕਹਿਣਾ ਸੀ ਇਹ ਬਦਲਾਅ ਕਾਰਵਾਈ ਆ, ਬਟ ਡਾਟਾ ਪੋਲਿਟਿਕਸ ਹੈ ਕਿ ਜਿਸ ਤਰੀਕੇ ਦਾ ਸੁਖਬੀਰ ਸਿੰਘ ਬਾਦਲ ਹੁਣੀ ਸ਼ਬਦ ਵਰਤਦੇ ਆ। ਤੇ ਹੁਣ ਕਿਉਂਕਿ ਇਹ ਮਸਲਾ ਕੋਰਟ ਦੇ ਵਿੱਚ ਆ ਗਿਆ, ਹੁਣ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਆ ਗਿਆ, ਤੇ ਜਦੋਂ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਮਸਲਾ ਸੁਖਵਿੰਦਰ ਜੀ ਆ ਜਾਂਦਾ, ਫਿਰ ਸਰਕਾਰ ਵਾਸਤੇ ਬੜੀ ਸਹੂਲਤ ਹੋ ਜਾਂਦੀ ਆ ਬੰਦਿਆਂ ਦੇ ਆਲੇ ਦੁਆਲੇ ਘੇਰਾ ਕੱਸਣ ਦੀ। ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਦੇ ਦੁਆਲੇ ਕਾਨੂੰਨੀ ਦਾਅ ਪੇਚ ਦੀਆਂ ਕੰਧਾਂ ਹੀ ਇੰਨੀਆਂ ਮਜ਼ਬੂਤ ਆਸਾਰ ਦਿੱਤੀਆਂ ਗਈਆਂ ਕਿ ਹਰ 14 ਦਿਨ ਬਾਅਦ ਉਹ ਬੰਦਾ ਜ਼ਮਾਨਤ ਦੀ ਅਰਜ਼ੀ ਪਾਉਂਦਾ, ਸੁਣਵਾਈ ਹੁੰਦੀ। ਕਹਿਣ ਦਾ ਅਰਥ ਹੈ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ, ਮੈਨੂੰ ਹੁਣ ਇਸ ਤਰੀਕੇ ਦੀ ਲੱਗਦਾ ਕਿ ਜਿਸ ਤਰੀਕੇ ਨਾਲ ਕਾਨੂੰਨੀ ਦਾਅ ਪੇਚਾਂ ਦਾ ਸਹਾਰਾ ਲੈ ਕੇ ਅਨਮੋਲ ਰਤਨ ਸਿੰਘ ਸਿੱਧੂ ਜਿਹੜੇ ਐਡਵੋਕੇਟ ਜਨਰਲ ਪੇਸ਼ ਹੋਏ ਨੇ, ਇਸ ਦਾ ਮਤਲਬ ਸਰਕਾਰ ਦੇ ਜਿਹੜੇ ਮਨਸੇ ਨੇ ਉਹ ਕੁਝ ਹੋਰ ਨੇ ਜਿਹੜੇ 3 ਮਹੀਨਿਆਂ ਦੇ ਵਿੱਚ ਵਿਖਾਈ ਜਿਹੜੇ ਨਹੀਂ ਸਨ ਦਿੱਤੇ। ਸਰਕਾਰ ਇਸ ਮੁੱਦੇ ਨੂੰ ਇੱਕ ਕਾਨੂੰਨੀ ਦਾਅ ਪੇਚ ਦੀ ਲੜਾਈ ਬਣਾ ਕੇ ਸ਼ਾਇਦ ਲੜਨਾ ਚਾਹੁੰਦੀ, ਸ਼ਾਇਦ ਉਸ ਦਾ ਪ੍ਰਭਾਵ ਇਹ ਦੇਣਾ ਚਾਹੁੰਦੀ ਆ ਕਿ ਕੱਲ ਨੂੰ ਸਾਡੇ ਉੱਤੇ ਇਹ ਇਲਜ਼ਾਮ ਨਾ ਲੱਗਣ ਕਿ ਅਸੀਂ ਬਦਲਾਅ ਕਾਰਵਾਈ ਜਾਂ ਰਾਜਨੀਤਿਕ ਦੋਸ਼ੀਆਂ ਜਾਂ ਇਹੋ ਜਿਹੇ ਜਿਸ ਤਰ੍ਹਾਂ ਬੀਬੀ ਹਰਸਿਮਰਤ ਕੌਰ ਕਹਿੰਦੀ ਆ ਕਿ ਮਾਫੀ ਮੰਗਾਈ ਸੀ ਬਿਕਰਮ ਕੋ, ਇਸ ਕਰਕੇ ਬਿਕਰਮ ਨੂੰ ਜੇਲ੍ਹ 'ਚ ਰੱਖਿਆ ਗਿਆ, ਉਹਦੀ ਜਾਨ ਨੂੰ ਖਤਰਾ। ਸ਼ਾਇਦ ਇਹਨਾਂ ਦਾਅ ਪੇਚਾਂ ਤੋਂ, ਇਹਨਾਂ ਬਿਆਨਬਾਜ਼ੀਆਂ ਤੋਂ ਬਚਣ ਕਰਕੇ ਹੀ ਹੁਣ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਸਹੀ ਤੌਰ ਤੇ ਸ਼ੁਰੂ ਕੀਤੀ ਗਈ ਹੈ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਸ਼ੁਰੂ ਹੋ ਸਕਦੀ ਸੀ, ਚਰਨਜੀਤ ਸਿੰਘ ਚੰਨੀ ਦੇ ਸਮੇਂ ਵੀ ਸ਼ੁਰੂ ਹੋ ਸਕਦੀ ਸੀ, ਪਰ ਨਹੀਂ ਹੋਈ। ਹੁਣ ਜੇਕਰ ਹੋਈ ਆ ਤਾਂ ਇਹਦੇ ਤੋਂ ਤਾਂ ਫਿਰ ਜ਼ਰੂਰ ਲੱਗਦਾ ਕਿ ਹਾਂ ਹੁਣ ਉਹਨਾਂ ਜਿਹੜੇ ਦੋਸ਼ੀ ਨੇ, ਚਾਹੇ ਉਹ ਗੋਲੀਕਾਂਡ ਦੇ ਦੋਸ਼ੀ ਹੋਣ, ਚਾਹੇ ਬੇਅਦਬੀ ਦੀਆਂ ਸਾਜ਼ਿਸ਼ਾਂ ਦੇ ਦੋਸ਼ੀ ਹੋਣ, ਉਹ ਸਿੱਖਾਂ ਦੇ ਪਿੱਛੇ ਜ਼ਰੂਰ ਜਾਣਗੇ, ਕਿਉਂਕਿ ਹੁਣ ਕਾਨੂੰਨੀ ਦਾਅ ਪੇਚ ਵਿੱਚ ਇਹ ਵਿਅਕਤੀ ਫਸਦੇ ਮਹਿਸੂਸ ਜਿਹੜੇ ਹੋ ਰਹੇ ਜੀ। ਬਿਲਕੁਲ ਬਿਲਕੁਲ। ਉਧਰ ਅਣਖੀ ਸਾਹਿਬ, ਹਾਈ ਕੋਰਟ ਦੇ ਵਿੱਚ ਜਿਹੜਾ ਝਟਕਾ ਪੰਜਾਬ ਸਰਕਾਰ ਨੂੰ ਵੀ ਲੱਗਿਆ, ਨਵੀਂ ਆਬਾਕਾਰੀ ਨੀਤੀ ਜਿਹੜੀ ਬਣਾਈ ਸੀ ਉਹਦੇ ਤੇ ਜਿਹੜਾ ਜਵਾਬ ਮੰਗਿਆ ਸੀ ਹਾਈ ਕੋਰਟ ਦੇ ਵੱਲੋਂ ਸਰਕਾਰ ਦੇ ਕੋਲੋਂ, ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ ਸੀ ਉਸ ਆਬਾਕਾਰੀ ਨੀਤੀ ਦੇ ਖਿਲਾਫ ਕੁਝ ਲੋਕਾਂ ਦੇ ਵੱਲੋਂ, ਤਾਂ ਉਹਦੇ ਵਿੱਚ ਜਵਾਬ ਜਿਹੜਾ ਹਾਈ ਕੋਰਟ ਦੇ ਵਿੱਚ ਨਹੀਂ ਦੇ ਸਕੀ ਪੰਜਾਬ ਸਰਕਾਰ। ਤੇ ਸਿੱਧੇ ਤੌਰ ਤੇ ਹਾਈ ਕੋਰਟ ਨੇ ਇਹ ਵੀ ਗੱਲ ਕਹਿਤੀ ਕਿ ਕਿਉਂ ਨਾ ਅਸੀਂ ਤੁਹਾਡੀ ਆਬਾਕਾਰੀ ਨੀਤੀ ਤੇ ਜਿਹੜੀ ਹੈ ਉਹ ਰੋਕ ਲਾ ਦਈਏ। ਤਾਂ ਕਿਵੇਂ ਦੇਖਦੇ ਹੋ ਇਸ ਝਟਕੇ ਨੂੰ? ਸੁਖਵਿੰਦਰ ਜੀ, ਕੱਲ ਸੁਣਵਾਈ ਸੀ ਇਹਦੇ ਵਿੱਚ, ਤਾਂ ਪੰਜਾਬ ਸਰਕਾਰ ਨੇ ਜਿਹੜਾ ਸਮਾਂ ਹੈ ਹਾਈ ਕੋਰਟ ਕੋਲੋਂ ਉਹ ਮੰਗਿਆ, ਤੇ ਹਾਈ ਕੋਰਟ ਨੇ 20 ਜੁਲਾਈ ਤੱਕ ਉਹਨਾਂ ਨੂੰ ਟਾਈਮ ਦਿੱਤਾ ਕਿ ਤੁਸੀਂ 20 ਜੁਲਾਈ ਨੂੰ ਆਪਣਾ ਜਵਾਬ ਜਿਹੜਾ ਉਹ ਪੇਸ਼ ਕਰੋ। ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਸਰਕਾਰ ਜਿਹੜੀ ਇਸ ਮੁੱਦੇ ਤੇ ਮਾਲੀਆ ਜ਼ਿਆਦਾ ਕਰਾਉਣ ਦੇ ਮੂਡ 'ਚ, ਤੇ ਦੂਜੇ ਪਾਸੇ ਜਿਹੜੇ ਪੰਜਾਬ ਦੇ ਛੋਟੇ ਠੇਕੇਦਾਰ ਨੇ ਉਹ ਇਸ ਮੁੱਦੇ ਤੇ ਸਰਕਾਰ ਨੂੰ ਘੇਰਨਾ ਚਾਹੁੰਦੇ ਆ। ਹੁਣ ਇਹਦੇ ਵਿੱਚ ਜਿਹੜੀ ਸਥਿਤੀ ਉਹ ਹੈਗੀ ਆ ਉਹ ਗਰੁੱਪਾਂ ਦੀ ਹੈ ਕਿ 700 ਟੋਟਲ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਸ਼ਰਾਬ ਦੇ ਗਰੁੱਪ ਸਨ, ਸਰਕਾਰੀ ਨੀਤੀ ਦੇ ਅਨੁਸਾਰ ਜਿਹੜੇ ਉਹ 700 ਤੋਂ ਉੱਤੇ ਸਮਥਿੰਗ 730 ਦੇ ਲਾਗੇ ਚੱਕੇ ਸੀ, ਤੇ ਜਿਹੜੇ ਹੁਣ ਘਟਾ ਕੇ ਸਰਕਾਰ ਨੇ 177 ਕਰ ਦਿੱਤੇ, ਜਿਹੜੀ ਨਵੀਂ ਆਬਕਾਰੀ ਨੀਤੀ ਹੈ। ਤੇ ਇੱਕ ਗਰੁੱਪ ਦੀ ਜਿਹੜੀ ਕੀਮਤ ਆ ਉਹ 30 ਕਰੋੜ ਰੁਪਈਆ ਰੱਖੀ ਆ, ਜਦੋਂ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਗਰੁੱਪ ਦੀ ਜਿਹੜੀ ਕੀਮਤ ਆ ਉਹ 3 ਜਾਂ 4 ਕਰੋੜ ਜਿਹੜੀ ਰੁਪਈਆ ਹੁੰਦੀ ਸੀ।
ਹੁਣ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਛੋਟੇ ਠੇਕੇਦਾਰ ਤੇ ਪੰਜਾਬ ਦੇ ਲੋਕਲ ਅਸੀਂ ਕਹਿ ਸਕਦੇ ਹਾਂ ਉਹ ਇਸ ਰੇਸ ਤੋਂ ਬਾਹਰ ਹੋ ਗਏ ਤੇ ਵੱਡੇ ਲੋਕ ਜਿਹੜੇ ਨੇ ਅਸੀਂ ਕਹਿ ਸਕਦੇ ਹਾਂ ਕਿ ਗਰੁੱਪ ਜਿਹੜੇ ਆਉਣੇ ਸ਼ੁਰੂ ਹੋ ਗਏ ਕਿ ਉਹਨਾਂ ਨੇ ਕਹਿਤਾ ਕਿ ਏਕਾਧਿਕਾਰ ਜਿਹੜਾ ਉਹ ਇਹਨਾਂ ਦੇ ਉੱਤੇ ਡੋਮੀਨੇਟ ਕਰੇਗਾ ਤੇ ਛੋਟੇ ਕਾਰੋਬਾਰੀ ਜਿਹੜੀ ਇਸ ਦੇਸ਼ ਤੋਂ ਬਾਹਰ ਹੋ ਜਾਣਗੇ। ਅਸਲ 'ਚ ਪਟੀਸ਼ਨ ਇਹ ਹੈ, ਸਰਕਾਰ ਦਾ ਪੱਖ ਇਹ ਆ ਕਿ 93-86 ਕਰੋੜ ਰੁਪਇਆ ਅਸੀਂ ਇਸ ਨੀਤੀ ਦੇ ਤਹਿਤ ਗ੍ਰਹਿਣ ਜਿਹੜਾ ਉਹ ਮਾਲਕੀਆ ਜਿਹੜਾ ਇਕੱਠਾ ਕਰਾਂਗੇ ਜਿਹਦੇ ਨਾਲ ਪੰਜਾਬ ਦੀ ਅਸੀਂ ਭਲਾ ਕਰਨਾ ਚਾਹ ਜੋ ਵੀ ਖਜ਼ਾਨੇ ਵਿੱਚ ਆਏਗਾ। ਹੁਣ ਇਹਦੇ ਉੱਤੇ ਐਡਵੋਕੇਟ ਜਿਹੜਾ ਮੋਹਨ ਲਾਲ ਜੈਨ ਆ ਉਹਨੇ ਇਹ ਪਟੀਸ਼ਨ ਪਾਈ ਜਾਂ ਹੋਰ ਠੇਕੇਦਾਰਾਂ ਵੱਲੋਂ ਪਟੀਸ਼ਨ ਪਾਈ ਗਈ ਤਾਂ ਇਹਦੇ ਸੰਬੰਧੀ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਇਸ ਦੀ ਆਬਕਾਰੀ ਦੀ ਨੀਤੀ ਜਿਹੜੀ ਆ ਰੋਕ ਲਾ ਦਿੱਤੀ ਜਾ ਸਕਦੀ ਕਿ ਤੁਸੀਂ ਆਪਣਾ ਜਵਾਬ ਸਪਸ਼ਟ ਕਰੋ ਕਿ ਇਹਦੇ ਵਿੱਚ ਧਿਆਨ ਕਿਉਂ ਨਹੀਂ ਰੱਖਿਆ। ਪਰ ਸਰਕਾਰ ਦਾ ਇਹਦੇ ਉੱਤੇ ਪੱਖ ਇਹ ਆ ਕਿ ਸਰਕਾਰ ਨੇ ਆਬਕਾਰੀ ਨੀਤੀ ਦੇ ਉੱਤੇ ਕੋਈ ਤਰੀਕੇ ਦਾ ਕੋਈ ਵੀ ਅਜਿਹਾ ਬਿਆਨ ਕੋਈ ਵੀ ਅਜਿਹੀ ਰੋਕ ਨਹੀਂ ਲਾਈ। ਉਹਨਾਂ ਨੇ ਇੰਨੀ ਗੱਲ ਜਵਾਬ ਜ਼ਰੂਰ ਮੰਗਿਆ ਤੇ ਇਹ ਗੱਲ ਨਾਲ ਕਹੀ ਹੈ ਕਿ ਠੇਕਿਆਂ ਦੀ ਅਲਾਟਮੈਂਟ ਜਿਹੜੀ ਆ ਉਹ ਜਿੰਨਾ ਚਿਰ ਤੱਕ ਮਾਨਯੋਗ ਹਾਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਲਾਟਮੈਂਟ ਨਹੀਂ ਕੀਤੀ ਜਾ ਸਕਦੀ। ਸੋ ਇਸ ਨੂੰ ਝਟਕੇ ਦੇ ਰੂਪ ਚ ਵੇਖ ਸਕਦੇ ਜੀ, ਜਿਸ ਤਰੀਕੇ ਨਾਲ ਮਰਜ਼ੀ ਰੂਪ ਵੇਖ ਲਓ। ਫਿਲਹਾਲ ਇਹ ਜਿਹੜੀ ਆਬਕਾਰੀ ਨੀਤੀ ਆ ਝਟਕਾ ਇਸ ਕਰਕੇ ਕਿਉਂਕਿ ਇਸ ਆਬਾਕਾਰੀ ਨੀਤੀ ਦੇ ਸਹਾਰੇ ਪੰਜਾਬ ਨੂੰ ਵਿੱਤੀ ਸੰਕਟ ਦੇ ਵਿੱਚੋਂ ਕੱਢਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪੰਜਾਬ ਸਰਕਾਰ ਦੇ ਵੱਲੋਂ, ਤੇ ਉਹੀ ਜੇ ਆਬਾਕਾਰੀ ਨੀਤੀ ਠੁਕਰਾ ਦਿੱਤੀ ਗਈ ਤੇ ਜੇ ਉਹ ਲਾਗੂ ਨਾ ਕਰਨ ਦਿੱਤੀ ਗਈ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਜਿਹੜਾ ਬਜਟ ਵੀ ਪੇਸ਼ ਕੀਤਾ ਹੈ ਜਿਹਦੇ ਵਿੱਚ ਇਹ ਗੱਲਾਂ ਦੱਸੀਆਂ ਗਈਆਂ ਕਿ ਅਸੀਂ ਇਹਦੇ ਵਿੱਚੋਂ ਇੰਨਾ ਰੈਵਨਿਊ ਪੈਦਾ ਕਰ ਦਿਆਂਗੇ, ਤਾਂ ਫਿਰ ਮੈਨੂੰ ਲੱਗਦਾ ਕਿ ਗਰੰਟੀਆਂ ਤਾਂ ਜਿਹੜੀਆਂ ਰਹਿ ਹੀ ਜਾਣਗੀਆਂ ਉਹ ਰਹਿ ਹੀ ਜਾਣਗੀਆਂ। ਪਰ ਹੁਣ ਜਿਹੜਾ ਆ ਬਜਟ ਵੀ ਪੇਸ਼ ਕੀਤਾ ਮੈਨੂੰ ਲੱਗਦਾ ਇਹ ਵੀ ਬੜਾ ਘਾਟੇ ਵਾਲਾ ਪੈ ਜਾਊਗਾ। ਤਾਂ ਇਸ ਕਰਕੇ ਵਿੱਤੀ ਹਾਲਾਤ ਜਿਹੜੇ ਆ ਉਹ ਹੋਰ ਵਿਗੜ ਜਾਣਗੇ ਪੰਜਾਬ ਸਰਕਾਰ ਦੇ। ਇਸ ਕਰਕੇ ਮੈਂ ਵੱਡੇ ਝਟਕੇ ਦੇ ਰੂਪ ਦੇ ਵਿੱਚੋਂ ਇਹਨੂੰ ਮੰਨ ਰਿਹਾ। ਜੀ ਨਹੀਂ, ਉਹ ਤਾਂ ਸਥਿਤੀਆਂ ਅਲੱਗ ਨੇ। ਅਜੇ 20 ਜੁਲਾਈ ਤੱਕ ਤਾਂ ਸਰਕਾਰ ਦੇ ਉਸ ਫੈਸਲੇ ਦਾ ਸਰਕਾਰ ਕੀ ਜਵਾਬ ਦਿੰਦੀ ਆ ਉਸ ਤੋਂ ਬਾਅਦ ਹਾਈ ਕੋਰਟ ਦਾ ਇਸ ਆਬਕਾਰੀ ਨੀਤੀ ਦੇ ਪ੍ਰਤੀ ਪ੍ਰਤੀਕਰਮ ਕੀ ਹੁੰਦਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਪਰ ਅਜੋਕੇ ਸਮੇਂ ਦੇ ਵਿੱਚ ਇਹ ਜਿਹੜਾ 20 ਦਿਨ ਦਾ ਪ੍ਰੋਸੈਸ ਲੇਟ ਹੋਇਆ ਇਹਦੇ ਨਾਲ ਸਰਕਾਰ ਨੂੰ ਜਿਹੜਾ ਚੂਨਾ ਉਹ ਜ਼ਰੂਰ ਲੱਗਦਾ ਪਿਆ। ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਸਰਕਾਰ ਜਿਸ ਤਰੀਕੇ ਨਾਲ ਜਵਾਬ ਨਹੀਂ ਦੇ ਸਕੀ ਤੇ ਉਧਰ ਟਿੱਪਣੀ ਵੀ ਅਜਿਹੀ ਕਰਤੀ ਹਾਈ ਕੋਰਟ ਦੇ ਵੱਲੋਂ ਕਿ ਭਾਈ ਕਿਉਂ ਨਾ ਅਸੀਂ ਤੁਹਾਡੀ ਆਬਾਕਾਰੀ ਨੀਤੀ ਤੇ ਰੋਕ ਹੀ ਲਾ ਦਈਏ। ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਰਕਾਰ ਕੋਲੋਂ ਕੱਲ ਜੋ ਪ੍ਰਤੀਕਰਮ ਜੋ ਸਾਨੂੰ ਪਤਾ ਲੱਗਾ ਉਹਦੇ ਅਨੁਸਾਰ ਇਹ ਜਿਹੜੀ ਸਰਕਾਰ ਜਿਹੜੀ ਤੁਸੀਂ ਟਿੱਪਣੀ ਦੀ ਗੱਲ ਕਰ ਰਹੇ ਜੀ ਇਹ ਟਿੱਪਣੀ ਪਹਿਲਾਂ ਵੀ ਸਰਕਾਰ ਵੱਲੋਂ ਕੀਤੀ ਗਈ ਸੀ। ਇਹ ਟਿੱਪਣੀ ਕੱਲ ਦੇ ਸੰਦਰਭ 'ਚ ਮੇਰਾ ਖਿਆਲ ਇਹ ਠੀਕ ਤਰੀਕੇ ਨਾਲ ਕੱਲ ਦੇ ਸੰਦਰਭ 'ਚ ਨਹੀਂ ਕੀਤੀ। ਇਹ ਟਿੱਪਣੀ ਜਦੋਂ ਪਟੀਸ਼ਨ ਦਾਇਰ ਹੋਈ ਆ ਉਦੋਂ ਇਹ ਟਿੱਪਣੀ ਆਈ ਸੀ ਕਿ ਉਹਨਾਂ ਤੁਹਾਡੀ ਆਬਕਾਰੀ ਨੀਤੀ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ। ਇਹ ਕੱਲ ਦੀ ਟਿੱਪਣੀ ਨਹੀਂ ਆ, ਇਹ ਮੈਂ ਕਲੀਅਰ ਕਰ ਦਵਾਂ। ਇਹ ਟਿੱਪਣੀ 1 ਜੁਲਾਈ ਦੀ ਆ, ਜਦੋਂ ਮਾਫ ਕਰਦਾ 29 ਜਦੋਂ ਪਹਿਲਾਂ ਪਟੀਸ਼ਨ ਪਾਈ ਗਈ, ਜਦੋਂ 5 ਜੁਲਾਈ ਤੱਕ ਰੋਕ ਲਾਈ ਗਈ ਸੀ ਉਦੋਂ ਦੀ ਟਿੱਪਣੀ ਹੈ। ਤਾਂ ਜਿਹਦੇ ਸੰਬੰਧ ਵਿੱਚ ਸਰਕਾਰ ਨੇ ਇਹ ਪੱਖ ਪੇਸ਼ ਕੀਤਾ ਕਿ ਸਰਕਾਰ ਨੇ ਹਾਈ ਕੋਰਟ ਵੱਲੋਂ ਕੋਈ ਰੋਕ ਜਿਹੜੀ ਨਹੀਂ ਲਗਾਈ ਗਈ। ਇਹ ਗੱਲ ਕਲੀਅਰ ਕਰ ਦਈਏ। ਇਹ ਟਿੱਪਣੀ ਜਿਹੜੀ ਤੁਸੀਂ ਆਧਾਰ ਕਹਿ ਰਹੇ ਜੀ ਇਹ ਟਿੱਪਣੀ ਜਿਹੜੀ ਆ 29 ਜੂਨ ਦੀ ਹੈ ਜਦੋਂ ਜਦੋਂ ਪਟੀਸ਼ਨ 5 ਜੁਲਾਈ ਦੀ ਡੇਟ ਪਾਈ ਗਈ ਤੇ ਉਸ ਤੋਂ ਬਾਅਦ ਕੱਲ ਸਰਕਾਰ ਨੇ ਜਵਾਬ ਦੇਣਾ ਸੀ। ਸਰਕਾਰ ਨੇ ਜਵਾਬ ਦੇਣ ਦੀ ਬਜਾਏ ਸਮਾਂ ਹੋਰ ਮੰਗਿਆ ਜਿਹੜਾ 20 ਜੁਲਾਈ ਤੱਕ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਦਿੱਤਾ। ਇਹ ਹੁਣ ਸਥਿਤੀ ਸਪਸ਼ਟ ਹੋਏਗੀ ਕਿ ਕੱਲ ਨੂੰ ਮਾਫ ਕਰਨਾ 20 ਜੁਲਾਈ ਨੂੰ ਸਰਕਾਰ ਇਹਦੇ ਸੰਬੰਧੀ ਆਪਣਾ ਕੀ ਜਵਾਬ ਦਾਇਰ ਕਰਦੀ ਹੈ। ਬਾਕੀ ਇਹ ਤਾਂ ਫਿਰ ਮੈਂ ਕਹਿਦਾ ਕਿ 1 ਜੁਲਾਈ ਨੂੰ ਪੰਜਾਬ ਦੇ ਠੇਕੇ ਜਿਹੜੇ ਅਲਾਟ ਹੋਣੇ ਸਨ, ਅੱਗੇ ਡਰਾ ਨਿਕਲਦਾ ਸੀ, ਹੁਣ ਅਲਾਟਮੈਂਟ ਜਿਹੜੀ ਹੋਈ ਆ ਤਾਂ ਇਹ ਜਿਹੜੇ ਹੁਣ ਠੇਕੇਦਾਰ 1 ਤੋਂ ਲੈ ਕੇ 20 ਜੁਲਾਈ ਤੱਕ ਆਪਣੀ ਮਨਮਰਜ਼ੀ ਨਾਲ ਜਿਹੜੀ ਸ਼ਰਾਬ ਵੇਚਦੇ ਪਏ ਆ ਜਾਂ ਜਿਸ ਤਰੀਕੇ ਨਾਲ ਸਰਕਾਰ ਨੇ ਦੁਬਾਰਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਠੇਕਿਆਂ ਦੀ ਅਲਾਟਮੈਂਟ ਬੰਦ ਕਰਤੀ ਹੈ, ਇਹਦੇ ਨਾਲ ਸਰਕਾਰ ਨੂੰ ਚੂਨਾ ਜਿਹੜਾ ਵੱਡੇ ਪੱਧਰ ਤੇ ਜ਼ਰੂਰ ਲੱਗਦਾ ਪਿਆ। ਬਾਕੀ ਸਰਕਾਰ ਦੀ ਇਹਦੇ ਸੰਬੰਧੀ ਨੀਤੀ ਕੀ ਆ ਇਹ ਹੁਣ 20 ਜੁਲਾਈ ਨੂੰ ਸਪਸ਼ਟ ਜਿਹੜੀ ਹੋਵੇਗੀ। ਇਹ ਵੀ ਇੱਕ ਗੱਲ ਕਹਿ ਦਈਏ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੀ ਆਬਕਾਰੀ ਨੀਤੀ ਬਣਾਈ ਗਈ ਆ ਇਹ ਕੇਵਲ ਭਗਵੰਤ ਮਾਨ ਹੋਣਾ ਦੀ ਆਪਣੀ ਮਰਜ਼ੀ ਦੀ ਆਪਣੀ ਪਸੰਦ ਦੀ ਆ। ਬਾਕੀ ਇਹਦੇ ਉੱਤੇ ਪੂਰਨ ਕੈਬਨਿਟ ਦੀ ਜਾਂ ਮੋਹਰ ਜਿਹੜੀ ਨਹੀਂ ਲੱਗੀ। ਇਹ ਵੀ ਇੱਕ ਰਿਊਮਰਸ, ਇਹ ਵੀ ਕੁਝ ਅਫਵਾਹਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਪਈਆਂ। ਬਾਕੀ ਸੱਚ ਕੀ ਆ ਇਹ ਤਾਂ 20 ਜੁਲਾਈ ਨੂੰ ਪਤਾ ਜੀ। ਬਿਲਕੁਲ। ਉਧਰ ਅਣਖੀ ਸਾਹਿਬ ਉਧਰ ਜਿਹੜੀ ਅੱਜ ਕੈਬਨਿਟ ਦੀ ਮੀਟਿੰਗ ਵੀ ਬੁਲਾ ਲਈ ਗਈ ਹੈ ਔਰ ਪਹਿਲੀ ਕੈਬਨਿਟ ਦੀ ਮੀਟਿੰਗ ਹੈ ਮੰਤਰੀ ਮੰਡਲ ਦੇ ਦੁਬਾਰਾ ਵਿਸਥਾਰ ਹੋਈ ਤੋਂ ਬਾਅਦ। ਤਾਂ ਕੀ ਉਮੀਦ ਇਸ ਮੀਟਿੰਗ ਦੇ ਵਿੱਚੋਂ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ? ਕਿਹੜੇ ਫੈਸਲੇ ਜਿਹੜੇ ਆ ਹੋ ਸਕਦੇ ਆ? ਦੇਖੋ ਸੁਖਵਿੰਦਰ ਜੀ, ਫੈਸਲੇ ਸਰਕਾਰ ਦੀ ਅੱਜ ਪਹਿਲੀ ਨਵੇਂ ਵਿਸਥਾਰਤ ਨਾਲ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ, ਤਾਂ ਇਹਦੇ ਵਿੱਚ ਤਾਂ ਇੱਕ ਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਇਆ ਜਾਊਗਾ। ਬਾਕੀ ਜਿੱਥੋਂ ਤੱਕ ਮੇਰਾ ਖਿਆਲ ਆ ਕਿ ਜੋ 2-3 ਲਟਕੇ ਮਸਲੇ ਜਿਹੜੇ ਨੇ ਬੜੇ ਚਰਚਿਤ ਮਸਲੇ ਨੇ, ਇੱਕ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਗੱਲਬਾਤ ਜਿਹੜੀ ਚੱਲਦੀ ਪਈ ਆ ਉਹਦੇ ਸੰਬੰਧੀ, ਤੇ ਦੂਸਰਾ ਜਿਹੜੇ 36,000 ਮੁਲਾਜ਼ਮ ਜਿਹੜੇ ਪੱਕੇ ਕਰਦੇ ਨੇ
ਜਿਹੜੇ ਵੱਖ-ਵੱਖ ਸਰਕਾਰਾਂ ਆਪੋ ਆਪਣੇ 3 ਵਾਰੀ ਪੱਕੇ ਕਰ ਚੁੱਕੇ ਨੇ, ਉਹਨਾਂ ਦੇ ਸੰਬੰਧੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਕੁਝ ਫੈਸਲੇ ਜਿਹੜੇ ਉਹ ਲਏ ਜਾ ਸਕਦੇ ਆ, ਕਿਉਂਕਿ 3 ਮੈਂਬਰੀ ਕਮੇਟੀ ਜਿਹੜੀ ਆ ਉਹ ਪਹਿਲਾਂ ਬਣ ਚੁੱਕੀ ਆ। ਤਾਂ ਬਾਕੀ ਇਸ ਤੋਂ ਇਲਾਵਾ ਜਿਹੜੀ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਆ, ਔਰ ਖਾਸ ਤੌਰ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਵੀ ਆਪਾਂ ਛੱਡ ਦਈਏ, ਜਿਸ ਮੁੱਦੇ ਨੂੰ ਲੈ ਕੇ, ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਗੰਭੀਰ ਆ, ਔਰ ਜਿਸ ਤਰੀਕੇ ਨਾਲ ਕੱਲ ਵੀ ਭਗਵੰਤ ਮਾਨ ਉਹਨਾਂ ਨੇ ਇੰਨੀ ਗੱਲ ਕਹੀ ਕਿ ਆਉਂਦਿਆਂ ਦਿਨਾਂ 'ਚ ਕੁਝ ਵੱਡੇ ਪੱਧਰ ਤੇ ਭ੍ਰਿਸ਼ਟਾਚਾਰੀਆਂ ਨੂੰ ਨੰਗਾ ਕੀਤਾ ਜਾਵੇਗਾ। ਹੋ ਸਕਦਾ ਕਿ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹੋ ਜਿਹੇ ਕੁਝ ਸਖਤ ਜਿਹੜੇ ਫੈਸਲੇ ਲਏ ਜਾਣ ਵੱਖ-ਵੱਖ ਮਹਿਕਮੇ ਦੇ ਸੰਬੰਧਾਂ ਤੇ ਉਸ ਦੇ ਅੰਤਰਗਤ ਜਿਹੜੀ ਸਥਿਤੀ ਹੈ ਕਿ ਸਰਕਾਰ ਦੇ ਅਗਲੇ ਕਦਮ ਕੀ ਹੋਣਗੇ, ਇਹੋ ਜਿਹੇ ਅੱਜ ਦੀ ਕੈਬਨਿਟ ਮੀਟਿੰਗ ਤੇ ਧਿਆਨ ਜਿਹੜਾ ਉਹ ਟਿਕਿਆ। ਉਧਰ ਤਿਵਾੜੀ ਨੂੰ ਵੀ ਜਿਹੜਾ ਬਦਲ ਦਿੱਤਾ ਗਿਆ, ਵੀਕੇ ਜੰਜੂਆ ਨੂੰ ਜਿਹੜਾ ਮੌਕਾ ਦਿੱਤਾ ਗਿਆ, ਇਹਦੇ ਪਿੱਛੇ ਕੀ ਕਾਰਨ ਹੋ ਗਿਆ ਐਡੀ ਛੇਤੀ ਜਿਹੜਾ ਬਦਲ ਦਿੱਤਾ ਗਿਆ ਅਨੁਰੁੱਧ ਤਿਵਾੜੀ? ਸੁਖਵਿੰਦਰ ਜੀ, ਬੜਾ ਮਹੱਤਵਪੂਰਨ ਪ੍ਰਸ਼ਨ ਇਹ ਆ ਕਿ ਇਹਦੇ ਉੱਤੇ ਜਿਹੜੀ ਚਰਚਾ ਆ ਉਹ ਜ਼ਰੂਰ ਕਰਨੀ ਬਣਦੀ। ਅਨੁਰੁੱਧ ਤਿਵਾੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਬਾਅਦ ਜਦੋਂ ਵਿਨੀ ਮਹਾਜਨ ਜਿਹੜੇ ਚੀਫ ਸੈਕਟਰੀ ਸੀ, ਜਦੋਂ ਉਹ ਕੈਪਟਨ ਅਮਰਿੰਦਰ ਹੋਣੀ ਚਲੇ ਜਾਂਦੇ ਆ, ਤਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਣਾ ਦੀ ਸਰਕਾਰ ਹੁੰਦੀ ਹੈ। ਵਿਨੀ ਮਹਾਜਨ ਕੇਂਦਰ ਦੇ ਵਿੱਚ ਚਲੇ ਜਾਂਦੇ ਆ, ਔਰ ਕੈਪਟਨ ਮਾਫ ਕਰਨਾ ਚਰਨਜੀਤ ਸਿੰਘ ਚੰਨੀ ਹੋਣੀ 5 ਦੇ ਕਰੀਬ ਜਿਹੜੇ IAS ਅਧਿਕਾਰੀ ਆ, ਉਹਨਾਂ ਦੀ ਸਲਾਹਟੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਅਨੁਰੁੱਧ ਤਿਵਾੜੀ ਨੂੰ ਆਪਣਾ ਚੀਫ ਸੈਕਟਰੀ ਨਿਯੁਕਤ ਕਰਦੇ ਆ। ਤਾਂ ਵੀਕੇ ਜੰਜੂਆ ਵੀ ਉਹਨਾਂ ਦਿਨਾਂ 'ਚ ਇਸ ਲਾਈਨ 'ਚ, ਪਰ ਉਹਨਾਂ ਦੇ ਉੱਤੇ ਇੱਕ ਕੇਸ ਜਿਹੜਾ ਸੀ ਫੌਜਦਾਰੀ ਮਸਲੇ ਦੇ ਵਿੱਚ ਉਹ ਉਲਝੇ ਸੀ, ਔਰ ਸ਼ਾਇਦ ਇਸੇ ਹੀ ਕਾਰਨ ਬੜਾ ਲੰਮਾ ਸਮਾਂ ਉਹ ਇਸ ਦੇਸ਼ ਤੋਂ ਬਾਹਰ ਰਹੇ। ਤਾਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਅਨੁਰੁੱਧ ਤਿਵਾੜੀ ਜਿਹੜੇ ਨੇ ਉਹ ਚੀਫ ਸੈਕਟਰੀ ਬਣੇ ਰਹਿੰਦੇ ਆ, ਬਣਾਏ ਗਏ। ਉਸ ਤੋਂ ਬਾਅਦ 3 ਮਹੀਨੇ ਜਦੋਂ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ, ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਚੀਫ ਸੈਕਟਰੀ ਦੇ ਅਹੁਦੇ ਤੋਂ ਹਟਾਇਆ ਨਹੀਂ ਸੀ ਗਿਆ, ਤੇ ਜ਼ਿਆਦਾ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਸੀ ਕਿ ਸ਼ਾਇਦ ਉਹ ਉਹਨਾਂ ਨੇ ਐਡਜਸਟ ਜਿਹੜਾ ਉਹ ਕਰ ਲਿਆ। ਪਰ ਕੱਲ ਜਿਹੜਾ ਇੱਕ ਬੜਾ ਜਲਦ ਦੇ ਵਿੱਚ ਫੈਸਲਾ ਜਿਹੜਾ ਲਿਆ ਗਿਆ, ਜਿਹਦੇ ਵਿੱਚ ਵੀਕੇ ਜੰਜੂਆ ਨੂੰ ਜਿਹੜੇ 1988 ਬੈਚ ਦੇ IAS ਅਧਿਕਾਰੀ ਨੇ ਉਹਨਾਂ ਨੂੰ ਚੀਫ ਸੈਕਟਰੀ ਜਿਹੜਾ ਉਹ ਲਾ ਦਿੱਤਾ ਗਿਆ। ਹੁਣ ਕੱਲ ਇੱਕ TV ਚੈਨਲ ਦੀ ਡਿਬੇਟ ਦੇ ਵਿੱਚ ਭਗਵੰਤ ਮਾਨ ਹੋਣੀ ਦੱਸਦੇ ਸੀ ਕਿ ਮੈਂ ਸਿਸਟਮ ਜਿਹੜਾ ਉਹ ਬਦਲਣਾ, ਤੇ ਉਸ ਸਿਸਟਮ ਦੇ ਬਦਲਣ ਵਾਸਤੇ ਮੈਂ 2-4 ਬਦਲੀਆਂ ਜਿਹੜੀਆਂ ਕਰਕੇ ਆਇਆ, ਤਾਂ ਜੇ ਮੈਂ ਹੋਰ ਕਰਦੀਆਂ ਵੇਖਿਓ ਸਹੀ ਕਿ ਮੈਂ ਕੀ ਕਰਦਾ। ਕੱਲ ਉਹਨਾਂ ਦਾ ਇਹ ਬਿਆਨ ਆਇਆ, ਤੇ ਉਸ ਬਿਆਨ ਤੋਂ ਬਾਅਦ ਮੇਰਾ ਖਿਆਲ ਅੱਧਾ ਜਾਂ ਪੌਣੇ ਘੰਟੇ ਬਾਅਦ ਇਹ ਜਿਹੜੀ ਲਿਸਟ ਸੀ, ਇਹ ਚਰਚਾ ਜਿਹੜੀ ਉਹ ਬਾਹਰ ਆ ਗਈ, ਤੇ ਜਿਹੜਾ ਚੀਫ ਸੈਕਟਰੀ ਉਹ ਵੀ ਬਦਲ ਦਿੱਤਾ ਗਿਆ। ਸੁਖਵਿੰਦਰ ਜੀ, ਮੈਨੂੰ ਜੋ ਲੱਗਦਾ ਹੈ, ਖਾਸ ਤੌਰ ਤੇ ਜਿਹੜੀ ਕਰਪਸ਼ਨ ਦੀ ਮੁਹਿੰਮ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਇਸ ਵੇਲੇ ਐਕਟਿਵ ਆ, ਉਹਦੇ ਅੰਤਰਗਤ ਅਨੁਰੁੱਧ ਤਿਵਾੜੀ ਉਸ ਸਿਸਟਮ ਦਾ ਹਿੱਸਾ ਰਹੇ ਨੇ, ਜਿਸ ਸਿਸਟਮ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਭਣੇਵਾ ਮਾਲ ਮੱਤਾ ਛਕਦਾ ਰਿਹਾ, ਸੰਜੇ ਪੋਪਲੀ ਐਰਾ ਵਗੈਰਾ ਜਿਹੜੇ ਬੰਦੇ ਨੇ, ਉਸ ਸਿਸਟਮ ਦਾ ਹਿੱਸਾ ਅਨੁਰੁੱਧ ਤਿਵਾੜੀ ਰਹੇ ਨੇ। ਤੇ ਸ਼ਾਇਦ ਉਹ ਜਿਹੜੀ ਭ੍ਰਿਸ਼ਟਾਚਾਰ ਕਰਪਸ਼ਨ ਦੇ ਅਗੇਂਸਟ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਆ, ਉਹਦੇ ਵਿੱਚ ਤਿਵਾੜੀ ਕਿਤੇ ਸਰਕਾਰ ਦੇ ਅਨੁਸਾਰ ਫਿੱਟ ਨਹੀਂ ਬੈਠੇ ਜਾਂ ਫਿੱਟ ਨਹੀਂ ਬੈਠੇ, ਜਿਸ ਕਰਕੇ ਉਹਨਾਂ ਦਾ ਤਬਾਦਲਾ ਜਿਹੜਾ ਉਹ ਜ਼ਰੂਰ ਕਰ ਦਿੱਤਾ ਗਿਆ। ਜ਼ਰੂਰੀ ਸੀ ਉਸ ਦਾ ਤਬਾਦਲਾ ਕਰਨਾ। ਤੁਹਾਨੂੰ ਯਾਦ ਹੋਵੇਗਾ ਕਿ ਵੀਕੇ ਜੰਜੂਆ ਦੇ ਸੰਬੰਧੀ ਅੱਜ ਤੋਂ 3 ਦਿਨ ਪਹਿਲਾਂ ਅਸੀਂ ਇੱਕ ਸਵੇਰ ਦੇ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀ, ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਗਿਆ, ਜਿਹਦੇ ਵਿੱਚ ਉਹਨਾਂ ਨੇ ਜਾ ਕੇ ਬਿਕਰਮਜੀਤ ਸਿੰਘ ਮਜੀਠੀਆ ਦਾ ਸੈੱਲ ਵੀ ਚੈੱਕ ਕੀਤਾ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਸੈੱਲ ਚੈੱਕ ਕੀਤਾ। ਉਸ ਦਿਨ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ। ਤਾਂ ਉਦੋਂ ਤੋਂ ਇਹ ਮਹਿਸੂਸ ਹੋ ਗਿਆ ਸੀ ਕਿ ਸ਼ਾਇਦ ਵੀਕੇ ਜੰਜੂਆ ਕਿਸੇ ਵੱਡੀ ਮੁਹਿੰਮ ਤੇ ਆ। ਉਹ ਜਿਹੜਾ ਉਹਨਾਂ ਦਾ ਦੌਰਾ, ਤੇ ਉਸ ਦੌਰੇ ਤੋਂ ਬਾਅਦ ਨਵੀਂ ਸਰਕਾਰ ਦੇ ਵਿਸਥਾਰ ਤੋਂ ਬਾਅਦ ਨਾਲ ਹੀ ਇਹ ਉਹਦਾ ਉਹਨਾਂ ਨੂੰ ਦੇਣਾ ਬੜੇ ਪ੍ਰਸ਼ਨ ਪੈਦਾ ਕਰਦਾ ਕਿ ਸਰਕਾਰ ਦੀ ਰਣਨੀਤੀ ਜਿਹੜੀ ਆ ਅਗਲੇ ਦਿਨਾਂ ਦੇ ਵਿੱਚ ਜਿਹੜੇ ਸਾਬਕਾ ਕਾਂਗਰਸੀ ਮੰਤਰੀ ਤੇ ਵਿਧਾਇਕਾਂ ਦੇ ਪ੍ਰਤੀ ਕੀ ਹੋ ਸਕਦੀ ਆ, ਕਿਉਂਕਿ ਅਨੁਰੁੱਧ ਤਿਵਾੜੀ ਨੂੰ ਉਨਾ ਚਿਰ ਹੀ ਨਾਲ ਰੱਖਿਆ ਗਿਆ ਜਿੰਨਾ ਚਿਰ ਉਸ ਸਿਸਟਮ ਨੂੰ ਸਮਝਣ ਦੀ ਲੋੜ ਸੀ ਕਿ ਉਸ ਸਿਸਟਮ ਦੇ ਵਿੱਚ ਕਿਹੜੇ ਬੰਦਿਆਂ ਨੇ ਮਲਾਈ ਕਰਦੀ, ਕਿਉਂਕਿ IAS ਅਧਿਕਾਰੀ ਜਿਹੜਾ ਚੀਫ ਸੈਕਟਰੀ ਹੋਵੇ, ਉਹਦੇ ਕੋਲ ਹਰ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਅਧਿਕਾਰੀ ਹੁੰਦੇ ਨੇ, IAS ਅਫਸਰ, ਪੂਰਾ ਨੌਲੇਜ, ਪੂਰਾ ਜਾਣਕਾਰੀ, ਕੱਚਾ ਚਿੱਠਾ ਉਹਦੇ ਕੋਲ ਹੁੰਦਾ। ਜਦੋਂ ਉਹਦੇ ਕੋਲ ਸਾਰੀ ਜਾਣਕਾਰੀ ਇਕੱਤਰ ਕਰ ਲਈ ਗਈ ਆ, ਤਾਂ ਹੁਣ ਇਸ ਕਰਪਸ਼ਨ ਅਗੇਂਸਟ ਮੂਵਮੈਂਟ ਨੂੰ ਠੀਕ ਤਰੀਕੇ ਨਾਲ ਚਲਾਉਣ ਵਾਸਤੇ ਸ਼ਾਇਦ ਭਗਵੰਤ ਮਾਨ ਹੋਣੀ ਸਮਝਦੇ ਆ ਕਿ ਤਿਵਾੜੀ ਹੋਣੀ ਦੀ ਹੁਣ ਲੋੜ ਨਹੀਂ, ਵੀਕੇ ਜੰਜੂਆ ਨੂੰ ਲੈ ਦਿੱਤਾ ਗਿਆ। ਬਾਕੀ ਆਉਣ ਵਾਲੇ ਦਿਨ ਜਿਹੜੇ ਨੇ ਅਸੀਂ ਕਹਿ ਸਕਦੇ ਹਾਂ ਕਿ ਖਾਸ ਤੌਰ ਤੇ ਸਾਬਕਾ ਕਾਂਗਰਸੀ ਮੰਤਰੀਆਂ, ਅਕਾਲੀ ਮੰਤਰੀਆਂ ਦੇ ਮੁਸ਼ਕਲਾਂ ਭਰੇ ਜਿਹੜੇ ਹੋ ਸਕਦੇ ਆ। ਇਹ ਬਦਲੀ ਜਿਹੜੀ ਆ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਨੇ ਜੋ ਕੁਝ ਅਨੁਰੁੱਧ ਤਿਵਾੜੀ ਕੋਲ ਚਾਹੀਦਾ ਸੀ ਉਹ ਲੈ ਲਿਆ,
ਪਤਾ ਲਾ ਰਿਹਾ ਤੇ ਹੁਣ ਉਹਨਾਂ ਨੂੰ ਸਾਈਡਲਾਈਨ ਜਿਹੜਾ ਕਰ ਦਿੱਤਾ ਗਿਆ ਜੀ। ਬਿਲਕੁਲ ਤਾਣਕੇ ਸਾਹਿਬ, ਤੁਸੀਂ ਸਾਡਾ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।